हाँ जी विद्यार्थियों, सत श्री अकाल सारिਆਂ ਨੂੰ। ਤੇ ਅੱਜ ਦੀ ਜਿਹੜੀ ਆਪਣੀ ਕਲਾਸ ਹੈ ਉਹ ਜਮਾਤ 12ਵੀਂ ਪੰਜਾਬੀ ਲਿਟਰੇਚਰ ਦੇ ਨਾਲ ਸੰਬੰਧਿਤ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਵੀ ਦਿੱਤਾ ਹੋਇਆ ਡਾਕਟਰ ਭਾਈ ਵੀਰ ਸਿੰਘ ਜੀ, ਉਹਨਾਂ ਦੇ ਬਾਰੇ ਜਿਵੇਂ ਕਿ ਕਿਤਾਬ ਦੇ ਜਦੋਂ ਆਪਾਂ ਵੇਖਦੇ ਹਾਂ ਸਫ਼ੇ 'ਤੇ ਸ਼ੁਰੂ ਦੇ ਵਿੱਚ ਜੀਵਨ ਪਰਿਚੈ ਥੋੜ੍ਹਾ ਜਿਹਾ ਦਿੱਤਾ ਹੋਇਆ, ਜਿਹਦੇ ਵਿੱਚ ਲਿਖਿਆ ਹੈ ਕਿ ਭਾਈ ਵੀਰ ਸਿੰਘ ਜੀ ਕੌਣ ਸਨ, ਜਨਮ ਕਦੋਂ ਹੋਇਆ, ਮ੍ਰਿਤਿੂ ਕਦੋਂ ਹੋਈ, ਅਤੇ ਨਾਲ ਉਹਨਾਂ ਦੀਆਂ ਰਚਨਾਵਾਂ ਬਾਰੇ ਵੀ ਦਿੱਤਾ ਹੋਇਆ। ਅਤੇ ਜੇ ਕੋਈ ਉਹਨਾਂ ਨੂੰ ਮੰਨ ਲਓ ਪੁਰਸਕਾਰ ਜਾਂ ਕੋਈ ਉਹਨਾਂ ਨੂੰ ਕੋਈ ਮੰਨ ਲਓ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਉਹਨਾਂ ਨੂੰ ਕੋਈ ਅਹੁਦਾ ਜਿਵੇਂ ਕੋਈ ਪੋਸਟ ਵਗੈਰਾ ਦਿੱਤੀ ਕੋਈ, ਉਹਦੇ ਬਾਰੇ ਵੀ ਲਿਖਿਆ ਹੁੰਦਾ ਸ਼ੁਰੂ ਦੇ ਵਿੱਚ। ਉਹ ਮੈਂ ਮਤਲਬ ਬੋਰਡ ਦੇ ਉੱਪਰ ਉਤਾਰ ਕੇ ਤੁਹਾਡੇ ਸਾਹਮਣੇ ਕੁਛ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਕਿ ਭਾਈ ਵੀਰ ਸਿੰਘ ਜੀ ਜਿਵੇਂ ਆਪਾਂ ਜਾਣਦੇ ਹਾਂ ਕਿ ਇਹਨਾਂ ਦਾ ਜਿਹੜਾ ਜਨਮ ਹੈ ਇਹ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿਖੇ ਹੋਇਆ ਅਤੇ ਇਹਨਾਂ ਦੀ ਮ੍ਰਿਤਿੂ ਹੋਈ ਹੈ 10 ਜੂਨ 1957 ਨੂੰ 1957। ਜਨਮ ਹੋਇਆ ਜੀ 5 ਦਸੰਬਰ 1872 ਅਤੇ 10 ਜੂਨ 1957 ਨੂੰ ਮ੍ਰਿਤਿੂ ਹੋਈ ਹੈ। ਜਨਮ ਸਥਾਨ ਅੰਮ੍ਰਿਤਸਰ ਹੈ। ਪਿਤਾ ਦਾ ਨਾਮ ਹੈ ਜੀ ਡਾਕਟਰ ਚਰਨ ਸਿੰਘ ਸ਼ਹੀਦ ਅਤੇ ਮਾਤਾ ਦਾ ਨਾਮ ਹੈ ਜੀ ਸ਼੍ਰੀਮਤੀ ਉੱਤਮ ਕੌਰ। ਇਹ ਹੈ ਮਤਲਬ ਜਿਹਨੂੰ ਕਹਿੰਦੇ ਨੇ ਜਨਰਲ ਇਨਫੋਰਮੇਸ਼ਨ ਕਹਿ ਦਿੰਦੇ ਆਪਾਂ, ਇਹ ਕਵੀ ਦੀ ਜਨਰਲ ਇਨਫੋਰਮੇਸ਼ਨ ਹੈ। ਹੋਰ ਇਹ ਭਾਈ ਵੀਰ ਸਿੰਘ ਨੂੰ ਜਿਵੇਂ ਅੱਗੇ ਜਿਵੇਂ ਆਲੋਚਕ ਆਏ ਉਹਨਾਂ ਨੇ ਕਿਹੜੀਆਂ ਉਪਾਧੀਆਂ ਦਿੱਤੀਆਂ ਭਾਈ ਵੀਰ ਸਿੰਘ ਨੂੰ। ਦੇਖੋ, ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਵੀ ਇਹ ਭਾਈ ਵੀਰ ਸਿੰਘ ਜੀ ਨੂੰ ਕਿਹਾ ਜਾਂਦਾ ਹੈ। ਜੇ ਪ੍ਰਸ਼ਨ ਪੁੱਛਿਆ ਜਾਵੇ ਕਿ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਆਨਸਰ ਹੋਵੇਗਾ ਜੀ ਭਾਈ ਵੀਰ ਸਿੰਘ ਜੀ ਨੂੰ, ਕਿਉਂਕਿ ਆਧੁਨਿਕ ਜਿਹੜੀ ਪੰਜਾਬੀ ਦੀ ਕਵਿਤਾ ਹੈ ਮੱਧ ਕਾਲ ਤੋਂ ਆਧੁਨਿਕ ਦੇ ਵਿੱਚ ਜਿਵੇਂ ਹੀ ਪੰਜਾਬੀ ਕਵਿਤਾ ਪ੍ਰਵੇਸ਼ ਕਰਦੀ ਹੈ ਤਾਂ ਆਧੁਨਿਕ ਪੰਜਾਬੀ ਦਾ ਸਭ ਤੋਂ ਪਹਿਲਾ ਕਵੀ ਉਹ ਹੈਗਾ ਜੀ ਡਾਕਟਰ ਭਾਈ ਵੀਰ ਸਿੰਘ ਜੀ। ਹੁਣ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਵੀ, ਮੋਢੀ ਮਤਲਬ ਮੁੱਢਲਾ, ਪਹਿਲਾ, ਫਸਟ। ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਵੀ ਇਸ ਨੂੰ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਜੀ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਕਿਉਂਕਿ ਮੱਧਕਾਲ ਦੇ ਵਿੱਚ ਕੀ ਸੀ, ਕਵਿਤਾ ਲੰਮੇ ਆਕਾਰ ਦੀਆਂ ਲਿਖੀਆਂ ਜਾਂਦੀਆਂ ਸੀ, ਲੰਮੇ ਆਕਾਰ ਦੀਆਂ ਕਵਿਤਾਵਾਂ ਦੀ ਰਚਨਾ ਕੀਤੀ ਜਾਂਦੀ ਸੀ। ਪਰ ਜਿਵੇਂ ਹੀ ਭਾਈ ਵੀਰ ਸਿੰਘ ਜੀ ਦਾ ਆਗਮਨ ਹੋਇਆ ਪੰਜਾਬੀ ਲਿਟਰੇਚਰ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ, ਉਹਨਾਂ ਨੇ ਕੀ ਕੀਤਾ, ਛੋਟੇ ਆਕਾਰ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਆਪਣੇ ਸਿਲੇਬਸ ਦੇ ਵਿੱਚ 3 ਕਵਿਤਾਵਾਂ ਨੇ, ਕਿਹੜੀਆਂ? ਚੜ੍ਹ ਚੱਕ ਤੇ ਚੱਕ ਘੁਮਾਨੀਆਂ, ਸਮਾਂ ਤੇ ਇਲਮ ਤੇ ਅਮਲ। ਇਹ 3 ਕਵਿਤਾਵਾਂ ਛੋਟੇ ਆਕਾਰ ਦੀਆਂ, ਆਕਾਰ ਪੱਖੋਂ ਛੋਟੀਆਂ ਹੈ। ਭਾਈ ਵੀਰ ਸਿੰਘ ਮੁੱਢਲਾ ਕਵੀ ਹੈ, ਪੰਜਾਬੀ ਆਧੁਨਿਕ ਪੰਜਾਬੀ ਸਾਹਿਤ ਦਾ ਮੁੱਢਲਾ ਕਵੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਵੈਸੇ ਆਪਾਂ ਨੂੰ ਪਤਾ ਹੈ ਕਿ ਅਗਰ ਸਿੱਧਾ ਆ ਜਾਏ ਕਿ ਪੰਜਾਬੀ ਸਾਹਿਤ ਦਾ ਪਹਿਲਾ ਕਵੀ ਹੈ ਜਿਹੜਾ ਉਹ ਪ੍ਰਮਾਣਿਕ ਕਵੀ ਹੈ ਜਿਹੜਾ ਉਹ ਬਾਬੇ ਸ਼ੇਖ ਫਰੀਦ ਨੂੰ ਮੰਨਿਆ ਜਾਂਦਾ ਹੈ, ਪਰ ਆਧੁਨਿਕ ਪੰਜਾਬੀ ਕਵਿਤਾ ਦਾ ਪਹਿਲਾ ਕਵੀ ਹੈ ਜਿਹੜਾ ਉਹ ਹੈਗਾ ਡਾਕਟਰ ਭਾਈ ਵੀਰ ਸਿੰਘ। ਹੁਣ ਡਾਕਟਰ ਭਾਈ ਵੀਰ ਸਿੰਘ ਨੇ ਕੀ ਕੀਤਾ, ਜਿਵੇਂ ਹੀ ਆਪਣੀ ਪੜ੍ਹਾਈ ਵਗੈਰਾ ਖ਼ਤਮ ਕੀਤੀ, ਤੁਸੀਂ ਜਿਹੜੀ ਕਿਤਾਬ ਦਾ ਜਿਹੜਾ ਸਫ਼ੇ ਦੇ ਉੱਪਰ ਨਾ ਭਾਈ ਵੀਰ ਸਿੰਘ ਜੀ ਬਾਰੇ ਸ਼ੁਰੂ 'ਚ ਗੱਲਾਂ ਦਿੱਤੀਆਂ ਹੋਈਆਂ, ਉਹ ਜਦੋਂ ਤੁਸੀਂ ਪੜ੍ਹੋਗੇ ਉਦੋਂ ਤੁਹਾਨੂੰ ਉਹਨਾਂ ਦੀ ਮਤਲਬ ਪੜ੍ਹਾਈ ਬਾਰੇ ਪਤਾ ਚੱਲੇਗਾ ਕਿ 10ਵੀਂ ਕਿੱਥੋਂ ਕੀਤੀ, ਇਸ ਤਰ੍ਹਾਂ ਕਰਕੇ ਜਿਹੜੀ ਪੜ੍ਹਾਈ ਕੀਤੀ ਹੈ। ਅੰਮ੍ਰਿਤਸਰ ਵਿਖੇ ਵਜ਼ੀਰ ਹਿੰਦ ਪ੍ਰੈਸ ਸਥਾਪਿਤ ਕੀਤੀ। ਅੰਮ੍ਰਿਤਸਰ ਵਿਖੇ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਲਿਖਣ ਦਾ ਸ਼ੌਂਕ ਸੀ, ਕਵਿਤਾਵਾਂ ਲਿਖਣ ਦਾ ਸ਼ੌਂਕ ਸੀ, ਵਾਰਤਕ ਲਿਖਣ ਦਾ ਸ਼ੌਂਕ ਸੀ, ਨਾਵਲ ਲਿਖਣ ਦਾ ਸ਼ੌਂਕ ਸੀ। ਫਿਰ ਇਹਨਾਂ ਨੇ ਕੀ ਕੀਤਾ, ਇੱਕ ਆਪਣੀ ਪ੍ਰੈਸ ਸਥਾਪਿਤ ਕਰ ਲਈ ਜਿਹਦਾ ਨਾਮ ਕੀ ਰੱਖਿਆ, ਵਜ਼ੀਰ ਹਿੰਦ। ਵਜ਼ੀਰ ਹਿੰਦ ਪ੍ਰੈਸ ਸਥਾਪਿਤ ਕਰ ਲਈ ਤਾਂ ਜੋ ਜਿਹੜੀਆਂ ਕਵਿਤਾਵਾਂ, ਜਿਹੜੀ ਕੋਈ ਰਚਨਾ ਰਚੀ ਜਾਵੇ ਉਸ ਨੂੰ ਮਤਲਬ ਕੀ ਹੈ ਪ੍ਰਿੰਟ ਕਰਕੇ ਅਤੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਵੇ। ਕਿਤਾਬਾਂ ਆਪਣੀਆਂ ਪ੍ਰਿੰਟ ਹੋਈਆਂ ਹੁੰਦੀਆਂ। ਇਹ ਕਿਵੇਂ ਹੁੰਦੀਆਂ, ਇਹ ਪ੍ਰੈਸ ਦੇ ਵਿੱਚ ਪ੍ਰਿੰਟ ਹੁੰਦੀਆਂ। ਸੋ ਕੀ ਹੈ, ਅੰਮ੍ਰਿਤਸਰ ਵਿਖੇ ਇਹਨਾਂ ਨੇ ਕੀ ਕੀਤਾ, ਵਜ਼ੀਰ ਹਿੰਦ ਪ੍ਰੈਸ ਸਥਾਪਿਤ ਕੀਤੀ ਜਦੋਂ, ਅਤੇ ਨਾਲ ਉਹਨਾਂ ਨੇ ਕੀ ਸਮਾਚਾਰ ਇੱਕ ਕੀ ਕੀਤਾ, ਖਾਲਸਾ ਸਮਾਚਾਰ ਨਾਮ ਦਾ ਇੱਕ ਪੱਤਰ ਸ਼ੁਰੂ ਕੀਤਾ। ਭਾਈ ਵੀਰ ਸਿੰਘ ਜੀ ਨੇ ਜਿਹੜੀ ਪ੍ਰੈਸ ਸਥਾਪਿਤ ਕੀਤੀ ਉਹਦਾ ਨਾਮ ਕੀ ਸੀ ਜੀ, ਵਜ਼ੀਰ ਹਿੰਦ ਪ੍ਰੈਸ ਸੀ ਨਾਮ ਉਹਦਾ, ਅਤੇ ਉਸ ਦੇ ਰਾਹੀਂ ਉਹਨਾਂ ਨੇ ਕਿਹੜਾ ਪੱਤਰ ਸ਼ੁਰੂ ਕੀਤਾ, ਖਾਲਸਾ ਸਮਾਚਾਰ ਨਾਮ ਦਾ ਇੱਕ ਪੱਤਰ। ਹੁਣ ਇੱਕ ਲਿਖਿਆ ਹੋਇਆ ਕਿ ਡਾਕਟਰ ਭਾਈ ਵੀਰ ਸਿੰਘ ਜੀ ਸਰਬਾਂਗੀ ਲੇਖਕ ਸਨ। ਹੁਣ ਇਹਦਾ ਨਾ ਅਰਥ, ਸਰਬਾਂਗੀ ਸ਼ਬਦ ਦਾ ਕੀ ਅਰਥ ਬਣਦਾ, ਦੇਖੋ ਸਰਬਾਂਗੀ ਦਾ ਸ਼ਾਬਦਿਕ ਅਰਥ ਹੁੰਦਾ
ਸਾਰਾ ਬ੍ਰਹਿਮੰਡ ਜਿਸ ਦਾ ਅੰਗ ਹੋਵੇ ਉਹਨੂੰ ਕਿਹਾ ਜਾਂਦਾ ਹੈ ਸਰਬਾਂਗੀ। ਸਰਬਾਂਗੀ ਦਾ ਸ਼ਾਬਦਿਕ ਅਰਥ ਕਿ ਸਾਰਾ ਬ੍ਰਹਿਮੰਡ ਭਾਵ ਸਾਰੀ ਦੁਨੀਆ, ਜਿਹੜਾ ਸਾਰਾ ਜੋ ਵੀ ਹੈ ਦੁਨੀਆ ਦੇ ਉੱਪਰ ਤੁਸੀਂ ਵੇਖਦੇ ਹੋ, ਉਹ ਜਿਸ ਦਾ ਅੰਗ ਹੋਵੇ ਉਹਨੂੰ ਕਿਹਾ ਜਾਂਦਾ ਹੈ ਸਰਬਾਂਗੀ। ਪਰ ਇੱਥੇ ਸਰਬਾਂਗੀ ਦਾ ਕੀ ਮਤਲਬ ਹੈ ਕਿ ਭਾਈ ਵੀਰ ਸਿੰਘ ਜੀ ਨੇ ਕਵਿਤਾ ਵੀ ਲਿਖੀ, ਨਾਵਲ ਵੀ ਲਿਖੇ, ਨਾਟਕ ਵੀ ਲਿਖੇ, ਵਾਰਤਕ ਵੀ ਲਿਖੇ। ਕੱਲੀ ਕਵਿਤਾ ਤੱਕ ਸੀਮਿਤ ਨਹੀਂ ਰਹੇ ਭਾਈ ਵੀਰ ਸਿੰਘ ਜੀ, ਉਹਨਾਂ ਨੇ ਨਾਵਲ ਦੇ ਵਿੱਚ ਵੀ ਹੱਥ ਅਜਮਾਇਆ, ਨਾਟਕ ਵੀ ਲਿਖਿਆ, ਵਾਰਤਕ ਮਹਾਕਾਵਿ ਵੀ ਲਿਖਿਆ ਉਹਨਾਂ ਨੇ। ਇਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਹੈ ਸਰਬਾਂਗੀ ਲੇਖਕ। ਮਤਲਬ ਕੀ ਹੈ ਕਿ ਜਿਨ੍ਹਾਂ ਨੇ ਮਤਲਬ ਕਿ ਬਹੁਤ ਸਾਰੇ ਕੁਝ ਨੂੰ ਆਪਣੇ ਅੰਦਰ ਕਰ ਲਿਆ ਹੋਵੇ, ਆਪਾਂ ਉਹਨੂੰ ਕਹਿ ਦਿੰਦੇ ਹਾਂ ਜੀ ਇਹ ਹੈਗਾ ਸਾਡਾ ਸਰਬਾਂਗੀ ਲੇਖਕ। ਹੁਣ ਦੇਖੋ ਕਿਹੜੀਆਂ ਉਪਾਧੀਆਂ, ਕੋਈ ਮਤਲਬ ਕੀ ਤਖੱਲਸ ਮਿਲੇ ਆ ਡਾਕਟਰ ਭਾਈ ਵੀਰ ਸਿੰਘ ਜੀ ਨੂੰ। ਪੰਜਾਬ ਯੂਨੀਵਰਸਿਟੀ ਨੇ ਉਹਨਾਂ ਨੂੰ ਕੀ ਦਿੱਤਾ, ਇੱਕ ਉਪਾਧੀ ਦਿੱਤੀ ਸੀਗੀ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਉਪਾਧੀ ਦਿੱਤੀ ਹੈ ਪੰਜਾਬ ਯੂਨੀਵਰਸਿਟੀ ਨੇ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਕਿਹੜੀ ਉਪਾਧੀ ਹੈ? ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਉਪਾਧੀ ਹੈ ਜਿਹੜੀ ਇਹ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਮਿਲੀ ਹੈ। ਦਿੱਤੀ ਕਿਹਨੇ ਹੈ ਜੀ? ਪੰਜਾਬ ਯੂਨੀਵਰਸਿਟੀ ਨੇ ਦਿੱਤੀ ਹੈ। ਉਸ ਤੋਂ ਬਾਅਦ ਵਿਧਾਨ ਪਰਿਸ਼ਦ ਦਾ ਮੈਂਬਰ ਨਾਮਜ਼ਦ ਹੋਏ। ਹੁਣ ਇੱਥੇ ਇੱਕ ਸ਼ਬਦ ਲਿਖਿਆ, ਔਖੇ ਸ਼ਬਦ ਨਾ ਮੈਂ ਬੋਰਡ 'ਤੇ ਲਿਖਤੇ, ਕਿਉਂਕਿ ਤੁਸੀਂ ਕਿਤਾਬ ਦੇ ਵਿੱਚ ਜਿਵੇਂ ਹੀ ਪੜ੍ਹੋਗੇ ਜੀਵਨ ਪਰਿਚੈ, ਉਦੋਂ ਇਹ ਸ਼ਬਦ ਨਾਮਜ਼ਦ, ਸਰਬਾਂਗੀ ਇਹ ਤੁਹਾਡੇ ਸਾਹਮਣੇ ਆਉਣਗੇ। ਸਰਬਾਂਗੀ ਦਾ ਅਰਥ ਲੱਗ ਗਿਆ ਤੁਹਾਨੂੰ ਪਤਾ, ਅਤੇ ਨਾਮਜ਼ਦ ਦਾ ਮਤਲਬ ਕੀ ਹੁੰਦਾ ਹੈ? ਕਿਸੇ ਦੇ ਨਾਮ ਦਾ ਸੁਝਾਅ ਦੇਣਾ। ਸੁਝਾਅ ਦੇਣਾ ਵੀ ਫਲਾਣੇ ਬੰਦੇ ਨੂੰ ਜੀ ਤੁਸੀਂ ਵਿਧਾਨ ਪਰਿਸ਼ਦ ਦਾ ਮੈਂਬਰ ਬਣਾ ਦਿਓ। ਇਸ ਕਰਕੇ ਇਹਨਾਂ ਨੂੰ ਮਤਲਬ ਕੀ ਹੈ? ਵਿਧਾਨ ਪਰਿਸ਼ਦ ਦਾ ਮੈਂਬਰ ਬਣਾਉਣ ਵਾਸਤੇ ਇਹਨਾਂ ਦੇ ਨਾਮ ਦਾ ਸੁਝਾਅ ਦਿੱਤਾ ਗਿਆ। ਇਹ ਤੁਸੀਂ ਨਾਮਜ਼ਦ ਦਾ ਮਤਲਬ ਹੁੰਦਾ ਕਿ ਕਿਸੇ ਨੂੰ ਅਹੁਦੇ ਦੇ ਉੱਪਰ ਬਿਠਾਉਣਾ ਅਤੇ ਉਹਦਾ ਨਾਮ ਦਾ ਸੁਝਾਅ ਦਿੱਤਾ, ਗੌਰਮੈਂਟ ਨੂੰ ਭੇਜਿਆ ਗਿਆ ਵੀ ਇਸ ਬੰਦੇ ਨੂੰ ਤੁਸੀਂ ਵਿਧਾਨ ਪਰਿਸ਼ਦ ਦਾ ਜੀ ਮੈਂਬਰ ਬਣਾ ਦਿਓ। ਨਾਮਜ਼ਦ ਦਾ ਅਰਥ ਪਤਾ ਲੱਗ ਗਿਆ ਜੀ ਤੁਹਾਨੂੰ। ਉਸ ਤੋਂ ਬਾਅਦ ਜੀ ਇੱਕ ਉਪਾਧੀ ਮਿਲੀ ਹੈ ਪਦਮ ਭੂਸ਼ਣ। ਨਾਮ ਤੁਸੀਂ ਸੁਣਿਆ ਹੋਵੇਗਾ, ਜਿਵੇਂ ਕਿ ਆਪਣੇ 4 ਤਰ੍ਹਾਂ ਦੇ ਅਵਾਰਡ ਦਿੱਤੇ ਜਾਂਦੇ ਆ। ਇੱਕ ਜਿਵੇਂ ਭਾਰਤ ਰਤਨ ਦੇਤਾ, ਪਦਮ ਵਿਭੂਸ਼ਣ ਦੇਤਾ, ਫਿਰ ਪਦਮ ਭੂਸ਼ਣ ਦੇਤਾ, ਫਿਰ ਪਦਮ ਸ਼੍ਰੀ ਦੇਤਾ। ਇਹ ਤੀਜੇ ਨੰਬਰ 'ਤੇ ਆਉਂਦਾ ਹੈ ਜੀ ਉਪਾਧੀਆਂ ਦੇ ਵਿੱਚ। ਸਭ ਤੋਂ ਉੱਤੇ ਜਿਵੇਂ ਹੋ ਗਿਆ ਸਾਡਾ ਆਪਾਂ ਜਿਹਨੂੰ ਕਹਿ ਦਿੰਦੇ ਹਾਂ ਭਾਰਤ ਰਤਨ ਹੋ ਗਿਆ, ਉਸ ਤੋਂ ਬਾਅਦ ਪਦਮ ਵਿਭੂਸ਼ਣ ਹੋ ਗਿਆ, ਫਿਰ ਸਾਡਾ ਤੀਜੇ ਨੰਬਰ 'ਤੇ ਪਦਮ ਭੂਸ਼ਣ। ਸੋ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਪਦਮ ਭੂਸ਼ਣ ਦੀ ਉਪਾਧੀ ਪ੍ਰਦਾਨ ਕੀਤੀ ਗਈ ਸੀ। ਸਪੈਸ਼ਲ ਵਿਅਕਤੀਤਵ ਵਾਲੇ ਜਿਹੜੇ ਹੁੰਦੇ ਆ, ਜਿਹੜੇ ਸਪੈਸ਼ਲ ਪਰਸਨੈਲਿਟੀ ਵਾਲੇ ਲੋਕ ਹੁੰਦੇ ਆ, ਉਹਨਾਂ ਨੂੰ ਇਸ ਤਰ੍ਹਾਂ ਦੀਆਂ ਉਪਾਧੀਆਂ ਦਿੱਤੀਆਂ ਜਾਂਦੀਆਂ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਗੱਲਾਂ। ਹੁਣ ਦੇਖੋ ਜੀ ਰਚਨਾਵਾਂ ਕਿਹੜੀਆਂ ਦੀ ਰਚਨਾ ਕੀਤੀ ਹੈ ਡਾਕਟਰ ਭਾਈ ਵੀਰ ਸਿੰਘ ਜੀ ਨੇ। ਕਿਹੜੇ ਕਾਵਿ ਸੰਗ੍ਰਹਿ ਦੀ ਰਚਨਾ ਕੀਤੀ ਹੈ। ਕਾਵਿ ਸੰਗ੍ਰਹਿ ਦਾ ਮਤਲਬ ਹੁੰਦਾ ਜਿਹੜੇ ਸੰਗ੍ਰਹਿ ਮਤਲਬ ਕਵਿਤਾਵਾਂ ਦਾ ਇਕੱਠ, ਬਹੁਤ ਸਾਰੀਆਂ ਕਵਿਤਾਵਾਂ, ਕਿਤਾਬਾਂ ਆਪਾਂ ਇਹਨਾਂ ਨੂੰ ਅੱਜ ਕੱਲ੍ਹ ਕੀ ਹੈ ਕਿਤਾਬਾਂ ਦੇ ਰੂਪ ਵਿੱਚ ਪੜ੍ਹਦੇ ਹਾਂ। ਤੁਸੀਂ ਕਿਤਾਬਾਂ ਦੇ ਰੂਪ ਵਿੱਚ ਵੇਖਦੇ ਆ। ਇਹਨਾਂ ਨੂੰ ਸਾਹਿਤਿਆ ਦੀ ਬੋਲੀ ਦੇ ਵਿੱਚ, ਲਿਟਰੇਚਰ ਦੀ ਬੋਲੀ ਦੇ ਵਿੱਚ ਕਿਹਾ ਜਾਂਦਾ ਹੈ ਕਾਵਿ ਸੰਗ੍ਰਹਿ। ਸੋ ਰਚਨਾਵਾਂ ਦੇ ਕਾਵਿ ਸੰਗ੍ਰਹਿ ਦੇਖ ਲਓ ਕਿਹੜੇ ਆ। ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਪ੍ਰੀਤ ਵੀਣਾ, ਕੰਬ ਦੀ ਕਲਾਈ, ਮਟਕ ਹੁਲਾਰੇ, ਲਹਿਰ ਹੁਲਾਰੇ, ਮਟਕ ਹੁਲਾਰੇ, ਲਹਿਰ ਹੁਲਾਰੇ, ਮੇਰੇ ਸਾਈਆਂ ਜੀਓ। ਇਹ ਆ ਜਿਹੜੀਆਂ ਰਚਨਾਵਾਂ ਦਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿ ਡਾਕਟਰ ਭਾਈ ਵੀਰ ਸਿੰਘ ਜੀ ਨੇ ਕਿਹੜੇ ਕਾਵਿ ਸੰਗ੍ਰਹਿ ਦੀ ਰਚਨਾ ਕੀਤੀ। ਕਿਹੜੇ ਦੀ? ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਪ੍ਰੀਤ ਵੀਣਾ, ਕੰਬ ਦੀ ਕਲਾਈ, ਮਟਕ ਹੁਲਾਰੇ, ਲਹਿਰ ਹੁਲਾਰੇ ਅਤੇ ਮੇਰੇ ਸਾਈਆਂ ਜੀਓ। ਹੁਣ ਦੇਖੋ ਇਹਦੇ ਮੇਰੇ ਸਾਈਆਂ ਜੀਓ ਕਾਵਿ ਪੁਸਤਕ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵੀ ਪ੍ਰਦਾਨ ਹੋਇਆ ਹੈ। ਇਹ ਪੁਰਸਕਾਰ ਦੇ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿ ਕਿਹੜੇ ਕਾਵਿ ਸੰਗ੍ਰਹਿ ਨੂੰ ਮਿਲਿਆ ਹੈ। ਪੰਜਾਬੀ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਇਸ ਕਾਵਿ ਰਚਨਾ ਨੂੰ, ਇਸ ਕਾਵਿ ਸੰਗ੍ਰਹਿ ਨੂੰ ਪਹਿਲਾ ਪੁਰਸਕਾਰ ਪ੍ਰਾਪਤ ਹੋਇਆ, ਜਿਹੜਾ ਭਾਰਤੀ ਸਾਹਿਤ ਅਕਾਦਮੀ ਦਾ ਜਿਹੜਾ ਸਭ ਤੋਂ ਪਹਿਲਾ ਪੁਰਸਕਾਰ ਪ੍ਰਾਪਤ ਹੋਇਆ ਤਾਂ ਉਹ ਮੇਰੇ ਸਾਈਆਂ ਜੀਓ ਕਾਵਿ ਸੰਗ੍ਰਹਿ ਨੂੰ ਹੋਇਆ, ਜਿਸ ਦੀ ਰਚਨਾ ਡਾਕਟਰ ਭਾਈ ਵੀਰ ਸਿੰਘ ਜੀ ਨੇ ਕੀਤੀ ਹੈ। ਉਸ ਤੋਂ ਬਾਅਦ ਦੇਖੋ ਜੀ ਹੋਰ ਕਿਹੜੀਆਂ ਰਚਨਾਵਾਂ ਕੀਤੀਆਂ ਡਾਕਟਰ ਭਾਈ ਵੀਰ ਸਿੰਘ ਜੀ ਨੇ। ਦੀਵਾਨ ਭਾਈ ਵੀਰ ਸਿੰਘ, ਗਜ਼ਲਾਂ ਦਾ ਇੱਕ ਸੰਗ੍ਰਹਿ, ਗਜ਼ਲਾਂ ਜਿਹੜੀਆਂ ਨਾ ਉਹਨਾਂ ਦਾ ਇੱਕ ਸੰਗ੍ਰਹਿ ਜਿਹੜਾ
ਜਿਹਨੂੰ ਆਪਾਂ ਕਹਿ ਦਿੰਦੇ ਹਾਂ ਦੀਵਾਨ ਭਾਈ ਵੀਰ ਸਿੰਘ। ਦੀਵਾਨ ਦਾ ਸ਼ਾਬਦਿਕ ਅਰਥ ਹੁੰਦਾ ਗਜ਼ਲਾਂ ਦਾ ਸੰਗ੍ਰਹਿ, ਗਜ਼ਲਾਂ ਦਾ ਇਕੱਠ, ਹੈ ਨਾ। ਤੁਸੀਂ ਵੇਖੇ ਹੋਣੇ ਆ ਕਲਾਕਾਰ ਗਜ਼ਲਾਂ ਗਾਉਂਦੇ, ਉਹਨਾਂ ਦੇ ਵਿੱਚ ਹੁੰਦਾ ਹੈ ਦੀਵਾਨ ਭਾਈ ਵੀਰ ਸਿੰਘ ਗਜ਼ਲਾਂ। ਉਸ ਤੋਂ ਬਾਅਦ ਇੱਕ ਲਿਖਿਆ ਜੀ ਮਹਾਕਾਵ ਰਾਣਾ ਸੂਰਤ ਸਿੰਘ। ਇਹ ਜਿਹੜੀ ਮਹਾਕਾਵ ਦੀ ਰਚਨਾ ਵੀ ਡਾਕਟਰ ਭਾਈ ਵੀਰ ਸਿੰਘ ਜੀ ਨੇ ਕੀਤੀ ਹੈ। ਰਚਨਾਵਾਂ ਤੁਸੀਂ ਇੱਥੋਂ ਤੱਕ ਧਿਆਨ ਦੇ ਵਿੱਚ ਰੱਖਣੀਆਂ, ਦੇਖ ਲਓ ਮਹਾਕਾਵ ਰਾਣਾ ਸੂਰਤ ਸਿੰਘ। ਹੁਣ ਮਹਾਕਾਵ ਕੀ ਚੀਜ਼ ਹੈ? ਮਹਾਕਾਵ ਦੇ ਵਿੱਚ ਕੀ ਹੁੰਦਾ? ਦੇਖੋ ਜੀ, ਕਵਿਤਾ ਹੁੰਦੀ ਹੈ ਛੋਟੇ ਆਕਾਰ ਦੀ, ਅਤੇ ਮਹਾਕਾਵ, ਮਹਾ ਲੱਗ ਗਿਆ ਕਾਵ ਦੇ ਅੱਗੇ, ਇਹਦਾ ਮਤਲਬ ਵੀ ਕੋਈ ਵੱਡੇ ਆਕਾਰ ਦੀ ਰਚਨਾ ਹੈ। ਹੁਣ ਕੀ ਹੈ ਮਹਾਕਾਵ ਹੈ ਜਿਹੜਾ, ਉਹ ਕੀ ਹੈ ਕਿ ਕਿਸੇ ਨਾਇਕ ਦੇ, ਜਿਹਨੂੰ ਆਪਾਂ ਕਹਿ ਦਿੰਦੇ ਐਕਟਰ, ਕਿਸੇ ਨਾਇਕ ਦੇ ਬਹੁਪੱਖੀ ਬਿਰਤਾਂਤ ਨੂੰ ਪੇਸ਼ ਕਰਦੀ ਹੋਵੇ, ਕੋਈ ਵੱਡੇ ਆਕਾਰ ਵਾਲੀ ਰਚਨਾ ਹੋਵੇ, ਕਵਿਤਾ ਰੂਪ ਵਿੱਚ ਲਿਖੀ ਹੋਵੇ, ਬਹੁਤ ਸਾਰੇ ਸਰਗਾਂ ਦੇ ਵਿੱਚ ਲਿਖੀ ਹੋਵੇ, ਜਿਹੜੀ ਬਹੁਤ ਸਾਰੇ ਖੰਡਾਂ ਦੇ ਵਿੱਚ ਲਿਖੀ ਹੋਵੇ, ਉਹਨੂੰ ਆਪਾਂ ਕਹਿ ਦਿੰਦੇ ਹਾਂ ਮਹਾਕਾਵ। ਕਿਸੇ ਨਾਇਕ ਦੇ, ਕਿਸੇ ਐਕਟਰ ਦੇ ਜੀਵਨ ਬਿਰਤਾਂਤ ਨੂੰ ਦਰਸਾਉਂਦੀ ਹੋਈ ਉਹਨੂੰ ਕਹਿ ਦਿੰਦੇ ਆਪਾਂ ਮਹਾਕਾਵ। ਸੋ ਮਹਾਕਾਵ ਕਿਹੜਾ ਲਿਖਿਆ ਹੈ? ਭਾਈ ਵੀਰ ਸਿੰਘ ਜੀ ਨੇ, ਰਾਣਾ ਸੂਰਤ ਸਿੰਘ। ਅਤੇ ਆਪਾਂ ਜਿਹੜੀ ਆਪਣੀ ਪਾਠ ਪੁਸਤਕ ਹੈ ਉਹਦੇ ਵਿੱਚ ਕਵਿਤਾਵਾਂ ਕਿਹੜੀਆਂ ਕਿਹੜੀਆਂ ਪੜ੍ਹਨੀਆਂ ਜੀ? ਚੜ੍ਹ ਚੱਕ ਤੇ ਚੱਕ ਘੁਮਾਨੀਆਂ, ਸਮਾਂ ਤੇ ਇਲਮ ਤੇ ਅਮਲ। ਲਓ ਜੀ, ਪਹਿਲੀ ਕਵਿਤਾ ਹੈ ਨਾ ਜਿਹੜੀ, ਚੜ੍ਹ ਚੱਕ ਤੇ ਚੱਕ ਘੁਮਾਨੀਆਂ। ਇਹ ਨਾ ਤੁਹਾਨੂੰ ਵਾਚਨ ਕਰਦਾ ਮੈਂ ਤੁਹਾਡੇ ਸਾਹਮਣੇ, ਸੁਣੋ ਇਹਨੂੰ ਪਹਿਲਾਂ ਧਿਆਨ ਨਾਲ ਵੀ ਇਹਦੇ ਵਿੱਚ ਕਵੀ ਕਹਿਣਾ ਕੀ ਚਾਹੁੰਦਾ। ਚੜ੍ਹ ਚੱਕ ਤੇ ਚੱਕ ਘੁਮਾਨੀਆਂ, ਕੀ ਸਾਨੂੰ ਇਹਦੇ ਸਿਰਲੇਖ ਦਾ ਕੋਈ ਸਮਝ ਲੱਗਦਾ ਕਵਿਤਾ ਪੜ੍ਹ ਕੇ? ਹੈ ਨਾ, ਦੇਖਦੇ ਹਾਂ। ਚੜ੍ਹ ਚੱਕ ਤੇ ਚੱਕ ਘੁਮਾਨੀਆਂ, ਮਹੀਵਾਲ ਤੋਂ ਸਦਕੇ ਪਈ ਜਾਨੀਆਂ, ਮੈਂ ਤਾਂ ਬੱਦਲਾਂ ਨੂੰ ਫਰਸ਼ ਬਣਾਨੀਆਂ, ਉੱਤੇ ਨਾਚ ਰੰਗੀਲੜੇ ਪਾਨੀਆਂ। ਚਲੋ ਇੱਕ ਨਾਮ ਆ ਗਿਆ ਮਹੀਵਾਲ, ਸੋਹਣੀ ਮਹੀਵਾਲ ਨਾਮ ਸੁਣਿਆ ਹੋਇਆ ਹੈ ਨਾ। ਅੱਗੇ ਹੋਰ ਪੜ੍ਹਦੇ ਹਾਂ। ਬਾਜੀ ਬਿਜਲੀ ਦੇ ਨਾਲ ਲਗਾਨੀਆਂ, ਖਿੜ ਖਿੜ ਹੱਸਨੀਆਂ ਉਹਨੂੰ ਸ਼ਰਮਾਨੀਆਂ, ਤਾਰੇ ਕੇਸਾਂ ਦੇ ਵਿੱਚ ਗੁੰਦਾਨੀਆਂ, ਚੰਦ ਮੱਥੇ 'ਤੇ ਚਾਰ ਲਟਕਾਨੀਆਂ। ਹੋਰ ਅੱਗੇ ਸੁਣੋ। ਨੀਲੇ ਅਰਸ਼ਾਂ 'ਤੇ ਠੁਮਕਦੀ ਜਾਨੀਆਂ, ਮੀਂਹ ਕਿਰਨਾਂ ਦਾ ਪਈ ਵਸਾਨੀਆਂ, ਜਿੰਦ ਕਣੀਆਂ ਦੀ ਲੁੱਟ ਲੁਟਾਨੀਆਂ, ਅਰਸ਼ੀ ਪੀਂਗ ਕਮਾਨ ਬਣਾਨੀਆਂ, ਰੰਗ ਰੂਪ ਦੇ ਤੀਰ ਵਸਾਨੀਆਂ, ਨੂਰ ਅੱਖੀਆਂ ਵਿੱਚ ਸਮਾਨੀਆਂ, ਨੂਰੋ ਨੂਰ ਹਵੰਦੜੀ ਜਾਨੀਆਂ, ਨੂਰ ਨੂਰੀਆਂ ਨੂੰ ਪਈ ਲਾਨੀਆਂ। ਜਦੋਂ ਇਹ ਵੀਡੀਓ ਤੁਸੀਂ ਵੇਖਣ ਬੈਠੇ ਤੇ ਆਹ ਕਵਿਤਾ ਜਿਹੜੀ ਜਦੋਂ ਤੁਸੀਂ ਸੁਣਨੀ ਹੈ, ਵਾਚਨ ਮੈਂ ਕਰਤਾ, ਤੁਸੀਂ ਕਿਤਾਬ ਰੱਖ ਲਿਓ ਸਾਹਮਣੇ। ਕਿਤਾਬ ਦਾ ਤੁਹਾਨੂੰ ਪਤਾ ਹੀ ਹੈ, ਜਿਹੜੀ ਪੰਜਾਬੀ ਸਾਹਿਤ ਵਾਲੀ ਕਿਤਾਬ ਹੈ, 12ਵੀਂ ਵਾਲੀ ਕਿਤਾਬ। ਅੱਛਾ, ਹੁਣ ਦੇਖੋ ਜੀ, ਥੱਲੇ ਨਾ ਇੱਕ ਅਰਥ ਦਿੱਤਾ ਹੋਇਆ, ਚੱਕ ਸ਼ਬਦ ਦਾ ਅਰਥ ਹੈ ਕਿ ਘੁਮਿਆਰ ਜਿਹਦੇ ਉੱਪਰ ਭਾਂਡੇ ਬਣਾਉਂਦਾ ਹੈ ਨਾ। ਸੋ ਇਹ ਜਿਹੜੀ ਕਵਿਤਾ ਕਿਤੇ ਨਾ ਕਿਤੇ ਹੈ, ਆਪਾਂ ਨੂੰ ਲੱਗਦਾ ਹੈ ਵੀ ਇਹ ਸੋਹਣੀ ਮਹੀਵਾਲ ਦੀ ਕਥਾ ਨੂੰ ਥੋੜ੍ਹਾ ਜਿਹਾ ਆਧਾਰ ਬਣਾਇਆ ਹੋਊਗਾ ਕਵੀ ਨੇ, ਹੈ ਨਾ। ਵੀ ਮਹੀਵਾਲ ਦਾ ਵਿੱਚ ਨਾਮ ਆਇਆ, ਅਤੇ ਜਿਵੇਂ ਕਿ ਸੋਹਣੀ ਹੈ ਜਿਹੜੀ ਉਹ ਬਰਤਨ ਬਣਾਉਣ ਦਾ ਕੰਮ ਕਰਦੀ ਸੀ, ਇਹਦੇ ਵਿੱਚ ਵੀ ਕਵੀ ਨੇ ਸ਼ੁਰੂ ਦੇ ਵਿੱਚ ਲਿਖਿਆ ਵੀ ਚੜ੍ਹ ਚੱਕ ਤੇ ਚੱਕ ਘੁਮਾਨੀਆਂ, ਮਹੀਵਾਲ ਤੋਂ ਸਦਕੇ ਪਈ ਜਾਨੀ। ਚੱਕ ਉਸੇ ਨੂੰ ਕਹਿ ਦਿੰਦੇ ਆ ਨਾ, ਚੱਕ ਹੈ ਜਿਹੜਾ ਮਤਲਬ ਉਹ ਘੁੰਮਦਾ ਰਹਿੰਦਾ, ਅਤੇ ਜਿਹੜਾ ਮਤਲਬ ਘੁਮਿਆਰ ਹੁੰਦਾ ਉਹ ਆਪਣੇ ਹੱਥਾਂ ਦੇ ਅਨੁਸਾਰ, ਹੱਥਾਂ ਦੀ ਸ਼ੇਪ ਦੇ ਅਨੁਸਾਰ ਬਰਤਨ ਨੂੰ ਸ਼ੇਪ ਦਿੰਦਾ ਜਾਂਦਾ ਹੈ ਨਾ। ਇਸ ਤਰ੍ਹਾਂ ਹੀ ਬਰਤਨ ਬਣਦੇ ਆ, ਤੁਸੀਂ ਫਿਲਮਾਂ ਵਗੈਰਾ 'ਚ ਵੇਖੇ ਹੋਣੇ ਆ, ਸੀਨ ਨਾਟਕਾਂ ਵਗੈਰਾ 'ਚ ਵੇਖੇ ਹੋਣੇ ਆ। ਸੋ ਇਹ ਹੈ ਜਿਹੜਾ ਹੁਣ ਇਹਦੇ ਆਪਾਂ ਕਰਦੇ ਹਾਂ ਸ਼ਾਬਦਿਕ ਅਰਥ, ਕਿ ਐਕਚੁਅਲੀ ਦੇ ਵਿੱਚ ਕਵੀ ਹੈ ਜਿਹੜਾ ਇਹ ਸੋਹਣੀ ਮਹੀਵਾਲ ਦੀ ਕਥਾ ਨੂੰ ਆਧਾਰ ਬਣਾ ਕੇ ਅਤੇ ਕਹਿਣਾ ਕੀ ਚਾਹ ਰਿਹਾ, ਆਪਣੇ ਆਪ ਨੂੰ ਸੋਹਣੀ ਦੇ ਰੂਪ ਵਿੱਚ ਪੇਸ਼ ਕਰ ਰਿਹਾ। ਸੋਹਣੀ ਇੱਕ ਫੀਮੇਲ ਹੈ, ਔਰਤ ਹੈ, ਅਤੇ ਮਹੀਵਾਲ ਹੈ ਜਿਹੜਾ ਉਹ ਇੱਕ ਮੇਲ ਹੈ, ਬੰਦਾ। ਹੁਣ ਕਵੀ ਹੈ ਜਿਹੜਾ, ਹੁਣ ਭਾਈ ਵੀਰ ਸਿੰਘ ਹੈ ਜਿਹੜਾ ਉਹ ਗੁਰਮਤਿ ਵਿਚਾਰਧਾਰਾ ਵਾਲਾ ਕਵੀ ਹੈ। ਇਹਦਾ ਮਤਲਬ ਕੀ ਹੈ ਵੀ ਭਾਈ ਵੀਰ ਸਿੰਘ ਨੇ ਆਪਣੇ ਆਪ ਨੂੰ ਔਰਤ ਦੇ ਰੂਪ ਵਿੱਚ ਪੇਸ਼ ਕੀਤਾ, ਅਤੇ ਮਹੀਵਾਲ ਹੈ ਜਿਹੜਾ ਉਹ ਭਾਈ ਵੀਰ ਸਿੰਘ ਜੀ ਵਾਸਤੇ ਪਰਮਾਤਮਾ ਦਾ ਰੂਪ ਹੈ। ਹੁਣ ਗੱਲ ਸੁਣ ਲਓ ਜੀ, ਕੀ ਹੈ? ਚੜ੍ਹ ਚੱਕ ਤੇ ਚੱਕ ਘੁਮਾਨੀਆਂ, ਮਹੀਵਾਲ ਤੋਂ ਸਦਕੇ ਪਈ ਜਾਨੀਆਂ। ਹੁਣ ਇਸ ਕਵਿਤਾ ਦੇ ਵਿੱਚ ਕੀ ਕੀਤਾ ਹੈ ਜੀ ਕਵੀ ਨੇ? ਸੋਹਣੀ ਮਹੀਵਾਲ ਦੀ ਜਿਹੜੀ ਕਥਾ ਹੈ ਉਸ ਨੂੰ ਆਧਾਰ ਬਣਾ ਕੇ ਆਪਣੀ ਵਿਚਾਰਧਾਰਾ, ਕਵੀ ਦੀ ਖੁਦ ਦੀ ਜਿਹੜੀ ਵਿਚਾਰਧਾਰਾ ਹੈ ਨਾ, ਕਵੀ ਦਾ ਖੁਦ ਦਾ ਫਲਸਫਾ ਜਿਹੜਾ, ਉਹਨੂੰ ਪੇਸ਼ ਕੀਤਾ ਕਵਿਤਾ ਦੇ ਵਿੱਚ। ਹੁਣ ਕਵੀ ਦਾ ਆਪ ਦਾ ਫਲਸਫਾ ਕੀ ਹੈ ਕਿ ਪਰਮਾਤਮਾ ਨਾਲ ਮਿਲਾਪ ਕਰਨਾ ਹੀ ਮਨੁੱਖੀ ਜੀਵਨ ਦਾ ਪਰਮ ਮਨੋਰਥ ਹੈ। ਸਾਡਾ ਮੇਨ ਜਿਹੜਾ ਉਦੇਸ਼ ਹੈ, ਮੇਨ ਜਿਹੜਾ ਸਾਡਾ ਟਾਰਗੇਟ ਕੀ ਹੈ, ਸਾਡਾ ਮਤਲਬ ਆਖਰੀ ਕੀ ਹੈ ਟਾਰਗੇਟ ਭਾਈ ਵੀਰ ਸਿੰਘ ਜੀ ਦੇ ਅਨੁਸਾਰ,
क्योंकि भाई वीर सिंह जी गुरमत के कवि ने, गुरमत के व्याख्याकार ने, इस करके उन्होंने की है कि उन्होंने जरूर इस गल का आपां नूं यकीन है पूरा भी जरूर उन्होंने परमात्मा की गल की है। तो सहारा किहड़ी चीज़ का लिया? सोहनी महिवाल की कथा का। इस कविता विच कवि ने सोहनी महिवाल की कथा नूं आधार बना के अपने फलसफे नूं कविता के रूप में पेश किया है। एक गल हो गई। उस तो बाद दूसरी गल, उहदा आपदा फलसफा की है कवि का? परमात्मा नाल मिलाप करना मनुखी जीवन का परम मनोरथ है। दो गल्लां याद रखनियां तुसीं। चढ़ चक ते चक घुमानी है, कवि सोहनी के रूप में महिवाल नूं संबोधन करता है। की कहता है? देखो कि मैं की कर रही हैं कि मैं सोहनी के रूप में बर्तन बना रही हैं। चढ़ चक ते चक घुमानी है, वो चक है जिहड़ा वो घुमदा रहिंदा ते उहदे उपर हत्थां नूं एवें शेप के अनुसार बर्तन बनाए जाते हैं। कवि कह रहा है कि मैं मतलब सोहनी के रूप में बर्तन बना रहा हाँ। महिवाल तो सदके पई जानी है, वो जिवें जिवें चक है जिहड़ा वो घुमदा जा रहा है तो मैं नाल नाल की है अपने महिवाल तो, दूसरे शब्दों के विच सोहनी है जिहड़ी वो अपने महिवाल तो सदके जा रही है, तो जिहड़ा भाई वीर सिंह है वो सोहनी के रूप में अपने परमात्मा तो सदके जा रहा है। कविता का कदे भी एक अर्थ नहीं निकलता, दो अर्थ तीन अर्थ जिन्ने तुसी कढोगे उन्ने निकल जाते हैं। ये वेख लो दो तरह के अर्थ निकल रहे हैं। एक की है उपरी अर्थ, एक इहदा अंदरूनी अर्थ। महिवाल तो सदके पई जानी है, सदके जाना मतलब होंदा बलिहारे जाना, वारे वारे जाना, कुरबान जाना, इनू कहने हैं सदके जाना। कि मैं किवें की कहती है कवि, मतलब कि ये कवि है जिहड़ा वो औरत के रूप में सोहनी के रूप में की कह रहा है कि मैं बर्तन बना रहा तो नाल नाल की है अपने महिवाल तो पति परमेश्वर तो मैं सदके जा रहा, उस तो बलिहार जा रहा, कुर्बान जा रहा। मैं तो बदलों नूं फर्श बनानी हाँ, उत्ते नाच रंगीलड़े पानी हाँ। ये की है कवि औरत के रूप में कह रहा है ना, पता लगता है ना शब्दावली तो कि मैं तो बदलों नूं फर्श बनाउनी हाँ, मैं उत्ते नाच रंगीलड़े पाउनी हाँ। इसका मतलब की है कि कवि अपने आप नूं औरत सोहनी के रूप में पेश कर रहा है। मैं तो बदलों नूं फर्श बनानी हाँ, मैं की कीता? कवि कहता कि मैं औरत के रूप में उन्हां बदलों नूं जिहड़े उपर बदल सी आसमान ते उन्हां नूं की है फर्श बना लिया उन्हां दा, ते उन्हां दे उपर मैं तरह तरह के नाच नच रही हाँ, रंग बिरंगे नाच नच रही हाँ। हुण ये तो तुहानूं थोड़ा जिहा महसूस होया होगा कि ये कविता दे विच किते ना किते कल्पना है ना, इमैजीनेशन है ना। बई रियल दे विच आपां नूं पता है भी बदल ला के थले फर्श थोड़ा बनाया जाता। कल्पना करो आपके दिमाग दे विच भी उत्तों बदल लाए जी थले आ गए तो फर्श हैगा, तो फर्श बन गया तो तुसीं उत्ते नच्ची जाने, होया कदे एवें नहीं। बस ये की है कि कवि कल्पना का सहारा लैके, कल्पना का शिखर रूप है इस कविता के विच, कल्पना का सहारा लैके बस अपने मतलब की है अपने जिहड़ा उहदा परमेश्वर है, उहदा पति है जिहड़ा उहनूं बस वो संबोधन कर रहा है, कल्पना का सहारा लिया उन्हें। बाजी बिजली के नाल लगानी है, बाजी हुंदी है शर्त। कवि कहता इस्त्री के रूप में मैं मतलब जदों नचदी हाँ तो मैं मतलब मेरी रफ्तार मेरी स्पीड इन्नी तेज़ है कि मैं बिजली के नाल, बिजली कितनी स्पीड वाली होंदी है ना, कितनी रफ्तार है बिजली की। वो की कहता है कवि कि मैं जदों नचदी हाँ इस्त्री के रूप में तो मेरी शर्त लगी होंदी है बिजली के नाल भी किहड़ा तेज़ है दोनों के विचों। खिड़खिड़ हसनी हाँ उन्होंने शर्मानी है, फिर मैनू पता लगता, मैनू महसूस होता है कि मैं बिजली तो भी तेज़ है। शर्त है जी मैं बिजली तो जित गई तो फिर मैं जो खिड़ खिड़ के हसदी हाँ तो बिजली जी है वो मैनू वेख वेख के मैनू तक तक के शर्माउंदी है। अगे होर देखो जी, होर कल्पना का रूप है, देखो किवें तारे केसां दे विच गुंदानी, आसमान दे तारे तोड़ के मैं अपने केसां दे विच गहणियां दे रूप विच गुंद लए ने, गुंदानी है ना, गुत्त गुंददे है ना जिवें, उवें की कीता कवि ने इस्त्री रूप दे विच जिवें मतलब कि गुत्त गुंदी जाती है उवें वो वाल गुंदे ते नाल तारियां नूं भी विच गुंद लिया। चंद मत्थे ते चा लटकानी आ, ते जिहड़ा चंद्रमा सी उहनूं कहंदी मैं मत्थे दा गहना बना लिया आपदे। उसनूं चा का मतलब होंदा चा के अर्थ कई बनते हैं। चा का एक होंदा उमंग, बड़ा चा चढ़िया तेनों आप कह दिंदे ना, चा एक होंदा, इत्थे होंदा चा मतलब उठाउणा किसी चीज़ नूं।
ਉਹ ਮਤਲਬ ਕੀ ਹੈ, ਕਵੀ ਇਸਤਰੀ ਰੂਪ ਵਿੱਚ ਕਹਿੰਦਾ ਹੈ ਕਿ ਮੈਂ ਆਪਣੇ ਮੱਥੇ ਦਾ ਗਹਿਣਾ ਚੰਦਰਮੇ ਨੂੰ ਉਠਾ ਕੇ ਆਪਣੇ ਮੱਥੇ 'ਤੇ ਲਗਾ ਲਿਆ। ਨੀਲੇ ਅਰਸ਼ਾਂ 'ਤੇ ਠੁਮਕਦੀ ਜਾਂਦੀ ਹਾਂ। ਅਰਸ਼ ਹੁੰਦਾ ਗਗਨ, ਅਸਮਾਨ, ਆਕਾਸ਼ ਜਿਹਨੂੰ ਕਹਿ ਦਿੰਦੇ ਆਪਾਂ। ਅਰਸ਼ ਦਾ ਸ਼ਾਬਦਿਕ ਅਰਥ ਹੈ ਉਹ ਨੀਲਾ ਹੁੰਦਾ, ਅਸਮਾਨ ਨੀਲੇ ਰੰਗ ਦਾ ਹੀ ਹੈ ਨਾ। ਹਾਂ, ਨੀਲੇ ਅਰਸ਼ਾਂ 'ਤੇ ਠੁਮਕਦੀ ਜਾਂਦੀ ਹਾਂ। ਠੁਮਕਦੀ ਜਾਂਦੀ ਹਾਂ ਮਤਲਬ ਮੈਂ ਨੱਚਦੀ ਤੁਰੀ ਜਾਂਦੀ ਹਾਂ। ਮੈਨੂੰ ਆਪਣੇ ਪਿਆਰੇ ਪ੍ਰੀਤਮ ਦੇ ਮਿਲਾਪ ਦੀ ਇੰਨੀ ਖੁਸ਼ੀ ਹੈ। ਦੇਖੋ ਕਿੰਨੀ ਕਲਪਨਾ ਕੀਤੀ ਹੈ ਭਾਈ ਵੀਰ ਸਿੰਘ ਨੇ। ਮੀਂਹ ਕਿਰਨਾਂ ਦਾ ਪਈ ਵਸਾਨੀ ਆ, ਅਤੇ ਜਿਹੜੀਆਂ ਕਿਰਨਾਂ ਆ ਰਹੀਆਂ ਸੂਰਜ ਤੋਂ ਉਹ ਮੀਂਹ ਦੇ ਰੂਪ ਵਿੱਚ ਮਤਲਬ ਕੀ ਆ, ਮੀਂਹ ਦੇ ਰੂਪ ਵਿੱਚ ਥੱਲੇ ਆ ਰਹੀਆਂ ਨੇ। ਜਿੰਦ ਕਣੀਆਂ ਦੀ ਲੁੱਟ ਲੁਟਾਨੀ ਆ, ਉਹ ਜਦੋਂ ਮੀਂਹ ਵਰਸਦਾ ਹੈ ਤਾਂ ਮੈਂ ਮਤਲਬ ਕੀ ਆ, ਉਹਨਾਂ ਤੋਂ ਆਪਣੀ ਜਿੰਦ ਲੁਟਾ ਰਹੀ ਹਾਂ। ਅਰਸ਼ੀ ਪੀਂਘ ਕਮਾਨ ਬਣਾਨੀ ਆ। ਹੁਣ ਅਗਲਾ ਸੀਨ ਕਿਹੜਾ ਹੁੰਦਾ, ਜਦੋਂ ਬਰਸਾਤ ਹੋ ਜਾਂਦੀ ਹੈ ਤਾਂ ਉਦੋਂ ਸਤਰੰਗੀ ਜੀ ਬਣਦੀ ਹੈ ਕਿ ਨਹੀਂ, ਕਮਾਨ ਜੀ ਬਣਦੀ ਹੈ ਨਾ। ਉਹਨੂੰ ਕਿਹਾ ਜਾਂਦਾ ਹੈ ਅਰਸ਼ੀ ਪੀਂਘ। ਅਰਸ਼ ਹੁੰਦਾ ਅਸਮਾਨ, ਅਸਮਾਨ 'ਤੇ ਬਣੀ ਵੀ ਜਿਹੜੀ ਪੀਂਘ ਹੁੰਦੀ ਹੈ ਕਮਾਨ ਵਰਗੀ, ਉਹਨੂੰ ਮੈਂ ਬਣਾਉਣੀ ਆ। ਰੰਗ ਰੂਪ ਦੇ ਤੀਰ ਵਸਾਨੀ ਆ। ਹੁਣ ਉਹ ਕਮਾਨ ਬਣ ਗਈ ਅਤੇ ਕਮਾਨ ਦੇ ਵਿੱਚੋਂ ਮੈਂ ਆਪਣੇ ਰੰਗ ਰੂਪ ਦੇ ਤੀਰ ਨਿਸ਼ਾਨੇ ਲਾ ਰਹੀ ਹਾਂ, ਤੀਰ ਵਸਾਨੀ ਆ। ਨੂਰ ਅੱਖੀਆਂ ਵਿੱਚ ਸਮਾਨੀ ਆ। ਪ੍ਰਭੂ ਪਰਮਾਤਮਾ ਦਾ ਜਿਹੜਾ ਨੂਰ ਹੈ ਮੇਰੇ ਪਤੀ ਪਰਮੇਸ਼ਰ ਦਾ, ਉਹਨੂੰ ਮੈਂ ਆਪਣੀਆਂ ਅੱਖਾਂ ਦੇ ਵਿੱਚ ਸਮਾ ਲਿਆ ਹੈ। ਕਿਉਂਕਿ ਅੱਖਾਂ ਹੀ ਵਹਿੰਦੀਆਂ ਨਾ। ਪ੍ਰਕਾਸ਼ ਸਾਨੂੰ ਕਿਵੇਂ ਪਤਾ ਲੱਗਦਾ ਵੀ ਰੋਸ਼ਨੀ ਹੈ, ਹਨੇਰਾ ਕਿਵੇਂ ਪਤਾ ਲੱਗਦਾ, ਅੱਖਾਂ ਦੱਸਦੀਆਂ। ਨੂਰ ਅੱਖੀਆਂ ਵਿੱਚ ਸਮਾਨੀਆਂ। ਨੂਰ ਹੁੰਦਾ ਚਾਨਣ ਜਿਹਨੂੰ ਕਹਿ ਦਿੰਦੇ ਆਪਾਂ। ਨੂਰੋ ਨੂਰ ਹਵੰਦੜੀ ਜਾਂਦੀ ਆ। ਮੈਂ ਉਸ ਆਪਣੇ ਪਤੀ ਪਰਮੇਸ਼ਰ ਦੇ ਦਰਸ਼ਨ ਕਰਕੇ ਉਹਦੇ ਵਿੱਚ ਹੀ ਨੂਰੋ ਨੂਰ ਮਤਲਬ ਚਾਨਣੋ ਚਾਨਣੀ ਹੁੰਦੀ ਜਾਂਦੀ ਆ। ਮੈਂ ਨੂਰ ਨੂਰੀਆਂ ਨੂੰ ਪਈ ਲਾਨੀ ਆ। ਨੂਰੀਆਂ ਹੁੰਦਾ ਜਿਵੇਂ ਨੂਰਾਨੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਰੱਬੀ ਚਮਕ ਵਾਲਾ ਜਿਹਨੂੰ ਕਹਿ ਦਿੰਦੇ ਹਾਂ। ਕਿਉਂਕਿ ਮਤਲਬ ਜਿਹਨੇ ਕਹਿੰਦੇ ਵੀ ਰੱਬ ਨੂੰ ਮਹਿਸੂਸ ਕੀਤਾ, ਉਹਦੀਆਂ ਅੱਖਾਂ ਚੁੰਧਿਆ ਗਈਆਂ, ਉਹ ਵੇਖ ਨਹੀਂ ਸਕਿਆ ਉਸ ਰੱਬ ਦੇ ਪ੍ਰਤਾਪ ਨੂੰ। ਮਤਲਬ ਰੱਬ ਦਾ ਪਰਮਾਤਮਾ ਦਾ ਕਹਿੰਦੇ ਵੀ ਉਹਦੇ ਦਰਸ਼ਨ ਹੋਣੇ, ਇੰਨੇ ਪ੍ਰਤਾਪ ਵਾਲਾ ਹੈ ਉਸ ਪਰਮਾਤਮਾ ਦਾ ਚਿਹਰਾ। ਇਹ ਮਤਲਬ ਇੱਕ ਖਿਆਲ ਹੈ, ਇੱਕ ਇਸ ਚੀਜ਼ ਦਾ ਖਿਆਲ ਕੀਤਾ ਜਾਂਦਾ ਵੀ ਉਹਦਾ ਚਿਹਰਾ ਮਤਲਬ ਇੰਨੇ ਨੂਰ ਵਾਲਾ ਹੈ, ਇੰਨੇ ਮਤਲਬ ਚਾਨਣ ਵਾਲਾ ਹੈ ਕਿ ਉਸ ਵੱਲ ਦੇਖਿਆ ਨਹੀਂ ਜਾਂਦਾ, ਇੰਨਾ ਚਾਨਣ ਹੈ। ਅਤੇ ਕਵੀ ਕਹਿੰਦਾ ਇਸਤਰੀ ਦੇ ਰੂਪ ਵਿੱਚ ਕਿ ਮੈਂ ਨੂਰ ਨੂਰੀਆਂ ਨੂੰ ਪਈ ਲਾਨੀ ਹਾਂ, ਮੈਂ ਨੂਰੋ ਨੂਰ ਹੁੰਦੀ ਜਾਂਦੀ ਹਾਂ। ਸਮਝ ਆ ਗਏ ਜੀ ਤੁਹਾਨੂੰ ਅਰਥ? ਮੈਨੂੰ ਜ਼ਰੂਰ ਪਤਾ ਹੈ, ਯਕੀਨ ਹੈ ਮੈਨੂੰ ਇਸ ਗੱਲ ਦਾ। ਇਹਦੇ ਨਾਲ ਸੰਬੰਧਿਤ ਨਾ ਪ੍ਰਸ਼ਨ ਦਿੱਤਾ ਹੋਇਆ, ਦੇਖੋ। ਹਾਂ, 2 ਨੰਬਰ ਪ੍ਰਸ਼ਨ ਹੈ ਜਿਹੜਾ, ਚੜ੍ਹ ਚੱਕ ਤੇ ਚੱਕ ਘੁਮਾਨੀਆਂ ਕਵਿਤਾ ਦਾ ਸਾਰ ਲਿਖੋ। ਕਵਿਤਾ ਦਾ ਸਾਰ ਲਿਖਣਾ। ਦੇਖੋ ਆ ਤੁਸੀਂ ਕੋਈ 10-12 ਲਾਈਨਾਂ ਦੇ ਵਿੱਚ ਲਿਖਿਆ ਜਾਣਾ। ਇੱਥੋਂ ਸ਼ੁਰੂ ਕਰ ਲਿਓ, ਬਸ ਅਰਥ ਹੁੰਦੇ ਆ। ਸਾਰ ਦਾ ਮਤਲਬ ਹੁੰਦਾ ਅਰਥ ਲਿਖਣੇ, ਬਸ ਹੋਰ ਕੁਛ ਨਹੀਂ ਹੁੰਦਾ। ਆ ਜਿਵੇਂ ਲਾਈਨ ਤੁਹਾਨੂੰ ਸਮਝ ਆਈ ਜਾਵੇ ਉਹਦੇ ਤੁਸੀਂ ਅਰਥ ਲਿਖ ਲੈਣੇ। ਬਾਕੀ ਮੈਨੂੰ ਪਤਾ ਗਾਈਡਾਂ ਤੁਹਾਡੇ ਕੋਲ ਆ, ਤੁਸੀਂ ਹੋਮਵਰਕ ਜਿਹੜਾ ਕਰਨਾ ਉਹ ਤੁਸੀਂ ਗਾਈਡਾਂ ਤੋਂ ਹੀ ਕਰਨਾ। 1-2 ਨੰਬਰ ਕੁਐਸਚਨ ਦਿੱਤਾ ਹੋਇਆ, ਇੱਕ ਨਾ 5 ਨੰਬਰ ਕੁਐਸਚਨ ਦਿੱਤਾ, ਕਵਿਤਾ ਵਿੱਚ ਕਵੀ ਕਿਸ ਤੋਂ ਸੱਦ ਕੇ ਜਾਂਦਾ ਹੈ ਅਤੇ ਕਿਉਂ। ਇਹਦੇ ਵਿੱਚ ਕੀ ਆ ਦੇਖ ਲਓ। ਚੜ੍ਹ ਚੱਕ ਤੇ ਚੱਕ ਘੁਮਾਨੀ ਆ, ਮਹੀਵਾਲ ਤੋਂ ਸੱਦ ਕੇ ਪਈ ਜਾਂਦੀ ਹੈ। ਵੀ ਮੈਂ ਆਪਣੇ ਪਤੀ ਪਰਮਾਤਮਾ ਤੋਂ ਸੱਦ ਕੇ ਜਾਂਦੀ ਹਾਂ। ਕਿਉਂ? ਕਿਉਂਕਿ ਉਹਦੇ ਮੈਨੂੰ ਦਰਸ਼ਨ ਹੋਏ ਆ, ਮੈਨੂੰ ਉਸ ਦਾ ਦਰਸ਼ਨ ਦੀਦਾਰਾ ਨਸੀਬ ਹੋਇਆ। ਇਸ ਕਰਕੇ ਫਿਰ ਉਹ ਅਗਲਾ ਸੀਨ ਦੱਸਦੀ ਹੈ ਵੀ ਕਿਵੇਂ ਮਤਲਬ ਮੇਰੇ 'ਤੇ ਕੀ ਮਤਲਬ ਉਸ ਚੀਜ਼ ਦਾ ਪ੍ਰਭਾਵ, ਇਫੈਕਟ ਕੀ ਪਿਆ, ਉਹਨੂੰ ਕਲਪਨਾ ਦੇ ਰੂਪ ਵਿੱਚ ਦੱਸਿਆ। ਇਹ ਹੈ ਜੀ ਸਾਡੀ ਕਵਿਤਾ ਚੜ੍ਹ ਚੱਕ ਤੇ ਚੱਕ ਘੁਮਾਨੀ ਆ। ਇਹ ਜਿਹੜਾ ਜੀਵਨ ਪਰਿਚੈ ਇਹ ਤੁਹਾਡੇ ਸਾਹਮਣੇ ਲਿਖਿਆ, ਦੇਖ ਲਓ। ਇਹ ਹੈ। ਉਸ ਤੋਂ ਇਲਾਵਾ ਤੁਸੀਂ ਕਿਤਾਬ ਦੇ ਵਿੱਚੋਂ ਵੀ ਜੀਵਨ ਪਰਿਚੈ ਪੜ੍ਹੋਗੇ। 2-4 ਗੱਲਾਂ ਜਿਵੇਂ ਮੰਨ ਲਓ ਜਿਹੜੀਆਂ ਮੇਰੇ ਤੋਂ ਰਹਿ ਗਈਆਂ ਉਹ ਤੁਸੀਂ ਮੈਨੂੰ ਪਤਾ ਜਿਹੜੀ ਕਿਤਾਬ ਹੈ ਉਹਦੇ ਵਿੱਚੋਂ ਜ਼ਰੂਰ ਪੜ੍ਹ ਲੈਣੀਆਂ। ਉਸ ਤੋਂ ਬਾਅਦ ਜਿਹੜੀ ਕਵਿਤਾ ਤੁਹਾਨੂੰ ਦੱਸੀ ਹੈ ਇਹਦਾ ਸਾਰ ਹੈ ਜਿਹੜਾ ਉਹ ਬਸ ਸਿੱਧੇ ਸ਼ਬਦਾਂ ਦੇ ਵਿੱਚ ਲਿਖ ਦੇਣਾ। ਸਾਰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ 2 ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਵੀ ਇਹ ਜਿਹੜੀ ਕਵਿਤਾ ਚੜ੍ਹ ਚੱਕ ਤੇ ਚੱਕ ਘੁਮਾਨੀ ਹੈ ਜਿਹਦਾ ਸਿਰਲੇਖ ਹੈ, ਉਹ ਕਵਿਤਾ ਹੈ ਜਿਹੜੀ ਉਹ ਸੋਹਣੀ ਮਹੀਵਾਲ ਦੀ ਜਿਹੜੀ ਲੋਕ ਕਥਾ ਸੀ ਨਾ, ਵੀ ਜਿਹਦੇ ਵਿੱਚ ਉਹ ਸੋਹਣੀ ਹੈ ਜਿਹੜੀ ਉਹ ਭਾਂਡੇ ਬਣਾਉਂਦੀ ਆ, ਮਹੀਵਾਲ ਉਹਨੂੰ ਵੇਖਦਾ ਤਾਂ ਫਿਰ ਉਹ ਸੋਹਣੀ ਉਹਨੂੰ ਦਰਿਆ ਪਾਰ ਕਰਕੇ ਘੜਾ ਲੈ ਕੇ ਮਿਲਣ ਜਾਂਦੀ ਹੈ, ਇਸ ਤਰ੍ਹਾਂ ਕਰਕੇ, ਹੈ ਨਾ। ਤੁਸੀਂ ਸਾਰਿਆਂ ਨੇ ਸੁਣੀ ਹੈ ਕਥਾ। ਉਸ ਕਥਾ ਨੂੰ ਆਧਾਰ ਬਣਾ ਕੇ ਕਵੀ ਨੇ ਆਪਣੀ ਵਿਚਾਰਧਾਰਾ ਨੂੰ ਪੇਸ਼ ਕੀਤਾ ਹੈ। ਕਵੀ ਦੀ ਵਿਚਾਰਧਾਰਾ ਗੁਰਮਤਿ ਦੇ ਨਾਲ ਸੰਬੰਧਿਤ ਹੈ ਨਾ। ਵੀ ਗੁਰਮਤਿ ਮਤਲਬ ਕੀ ਹੈ, ਕਿਉਂਕਿ ਭਾਈ ਵੀਰ ਸਿੰਘ ਹੈ ਜਿਹੜਾ ਉਹ ਗੁਰਮਤਿ ਦਾ ਵਿਆਖਿਆਕਾਰ ਹੈ, ਇਸ ਕਰਕੇ ਉਹਨੇ ਭਾਈ ਵੀਰ ਸਿੰਘ ਜੀ ਦੀ ਕਵਿਤਾ ਜਿਹੜੀ ਉਹ ਗੁਰਮਤਿ ਦੇ ਨਾਲ ਸੰਬੰਧਿਤ ਹੁੰਦੀ ਹੈ। ਇਹਦੇ ਵਿੱਚ ਕਵਿਤਾ ਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਕੀ ਕੀਤਾ, ਗੁਰਮਤਿ ਦੇ ਸਿਧਾਂਤਾਂ ਨੂੰ ਪੇਸ਼ ਕੀਤਾ ਹੈ।
ਤੇ ਉਹਦੇ ਵਿੱਚ ਹੋਰ ਕੀ ਹੈ, ਕਲਪਨਾ ਦੇ ਰੂਪ ਵਿੱਚ ਮਤਲਬ ਕੀ ਹੈ, ਆਪਣਾ ਜਿਹੜਾ ਉਸ ਪਰਮਾਤਮਾ ਦੇ ਨਾਲ ਜਿਹੜਾ ਮਿਲਾਪ ਹੈ ਉਸ ਨੂੰ ਕਲਪਨਾ ਦਾ ਸਿਖਰ ਹੈ। ਇਸ ਕਵਿਤਾ ਦੇ ਵਿੱਚ ਦੇਖ ਲਓ, ਕਦੀ ਤਾਂ ਅਰਸ਼ੀ ਪੀਂਘ ਕਮਾਨ ਬਣਾਈ ਆ, ਕਦੀ ਬੱਦਲਾਂ ਨੂੰ ਥੱਲੇ ਫਰਸ਼ ਬਣਾਇਆ। ਇਹ ਕਲਪਨਾਤਮਕ ਚੀਜ਼ਾਂ ਨੇ, ਸਾਰੀਆਂ ਇਮੈਜੀਨੇਸ਼ਨ ਚੀਜ਼ਾਂ ਨੇ ਜੋ ਅਸਲ ਜ਼ਿੰਦਗੀ ਦੇ ਵਿੱਚ ਨਹੀਂ ਹੋ ਸਕਦੀਆਂ, ਸਿਰਫ ਕਲਪਨਾ ਦੇ ਵਿੱਚ ਨੇ। ਸੋ ਇਹ ਜਿਹੜੀ ਹੋ ਗਈ ਕਵਿਤਾ ਤੁਹਾਡੀ ਪੂਰੀ। ਉਸ ਤੋਂ ਬਾਅਦ 2 ਕਵਿਤਾਵਾਂ ਰਹਿ ਗਈਆਂ, ਇੱਕ ਸਮਾਂ ਤੇ ਇੱਕ ਇਲਮ ਤੇ ਅਮਲ। ਇਹ ਸਮੇਂ ਦੀ ਸੰਭਾਲ ਵੀ ਤੁਸੀਂ ਵੀ ਕਰ ਲਓ ਛੇਤੀ, ਜਿਹੜੀਆਂ ਕਲਾਸਾਂ ਇਹ ਤੁਹਾਨੂੰ ਰੈਗੂਲਰ ਹੁਣ ਮਿਲਦੀਆਂ ਰਹਿਣਗੀਆਂ। ਸਮਾਂ, ਇਲਮ ਤੇ ਅਮਲ, ਇਹ ਅਗਲੀ ਕਲਾਸ ਦੇ ਵਿੱਚ ਤੁਹਾਨੂੰ ਜ਼ਰੂਰ ਕਲਾਸਾਂ ਇਹ ਅਵੇਲੇਬਲ ਹੋ ਜਾਣਗੀਆਂ। ਇਹਨਾਂ ਦਾ ਤੁਸੀਂ ਜਿਹੜਾ ਹੋਮਵਰਕ ਹੈ ਉਹ ਤੁਸੀਂ ਜ਼ਰੂਰ ਕਰ ਲਿਓ ਲਿਖਤੀ ਰੂਪ ਦੇ ਵਿੱਚ। ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਸਤਿ ਸ੍ਰੀ ਅਕਾਲ।